BA ਭਾਗ ਪਹਿਲਾ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀਓ, ਅੱਜ ਆਪਾਂ ਤੁਹਾਡੇ ਪਾਠਕ੍ਰਮ ਵਿੱਚ ਨਿਰਧਾਰਤ ਪਾਠ ਪੁਸਤਕ ਆਧੁਨਿਕ ਪੰਜਾਬੀ ਕਵਿਤਾ ਬਾਰੇ ਗੱਲ ਕਰਨ ਜਾ ਰਹੇ ਹਾਂ। ਆਧੁਨਿਕ ਪੰਜਾਬੀ ਕਵਿਤਾ ਦੇ ਸੰਪਾਦਕ ਡਾਕਟਰ ਜੋਗਰਾਜ ਅਤੇ ਡਾਕਟਰ ਜਸਵਿੰਦਰ ਸਿੰਘ ਸੈਣੀ ਹਨ। ਇਸ ਪਾਠ ਪੁਸਤਕ ਵਿੱਚ ਆਧੁਨਿਕ ਪੰਜਾਬੀ ਕਵਿਤਾ ਨਾਲ ਸੰਬੰਧਿਤ ਪ੍ਰਮੁੱਖ 29 ਕਵੀ ਲਿੱਤੇ ਗਏ ਹਨ ਔਰ ਉਹਨਾਂ 29 ਕਵੀਆਂ ਦੀਆਂ ਪ੍ਰਤਿਨਿਧ ਕਾਵਿ ਰਚਨਾਵਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਅਸੀਂ ਇਸ ਪਾਠ ਪੁਸਤਕ ਵਿੱਚੋਂ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਅਤੇ ਉਹਨਾਂ ਦੇ ਉੱਤਰਾਂ ਦੀ ਗੱਲ ਕਰਾਂਗੇ। ਇਸ ਪਾਠਕ੍ਰਮ ਵਿੱਚ ਤੁਹਾਡੇ ਕੋਲੋਂ ਸਿੱਧੇ ਰੂਪ ਦੇ ਵਿੱਚ ਇਸ ਪਾਠ ਪੁਸਤਕ ਵਿੱਚੋਂ ਕਵਿਤਾ ਦਾ ਵਿਸ਼ਾ ਵਸਤੂ, ਕਾਵਿ ਕਲਾ ਅਤੇ ਕਵੀ ਬਾਰੇ ਜਾਣਕਾਰੀ ਪੁੱਛੀ ਜਾਵੇਗੀ, ਪ੍ਰਸੰਗ ਸਹਿਤ ਵਿਆਖਿਆ ਪੁੱਛੀ ਜਾਵੇਗੀ ਅਤੇ 30 ਨੰਬਰਾਂ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪੁੱਛੇ ਜਾਣਗੇ। ਇਹਨਾਂ ਸਾਰੇ ਪ੍ਰਸ਼ਨਾਂ ਦੀ ਤਿਆਰੀ ਲਈ ਸਾਨੂੰ ਇਸ ਪਾਠ ਪੁਸਤਕ ਨੂੰ ਧਿਆਨ ਨਾਲ ਪੜ੍ਹਨਾ ਅਤੇ ਵਿਚਾਰਨਾ ਪਵੇਗਾ। ਆਧੁਨਿਕ ਪੰਜਾਬੀ ਕਵਿਤਾ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਆਧੁਨਿਕਤਾ ਦੇ ਸੰਕਲਪ ਨੂੰ ਸਮਝਾਂਗੇ। ਆਧੁਨਿਕਤਾ ਦਾ ਸੰਕਲਪ ਹੈ ਕੀ? ਦੂਸਰੀ ਗੱਲ, ਜੇਕਰ ਆਧੁਨਿਕਤਾ ਦੇ ਸੰਕਲਪ ਨੂੰ ਸਮਝਣਾ ਹੈ ਤਾਂ ਸਾਨੂੰ ਇਸ ਨੂੰ ਮੱਧਕਾਲ ਨਾਲੋਂ ਨਿਖੇੜਨਾ ਪਵੇਗਾ। ਮੱਧਕਾਲੀ ਸਾਹਿਤ ਵਿੱਚ ਰੱਬ ਹੀ ਕੇਂਦਰ ਵਿੱਚ ਰਿਹਾ ਹੈ ਜਾਂ ਵਿਅਕਤੀ ਵਿਸ਼ੇਸ਼ ਹੀ ਕੇਂਦਰ ਵਿੱਚ ਰਿਹਾ ਹੈ। ਕਿੱਸਾ ਕਾਵਿ ਵਿੱਚ ਅਤੇ ਵੀਰ ਕਾਵਿ ਵਿੱਚ ਵਿਅਕਤੀ ਵਿਸ਼ੇਸ਼, ਜਗੀਰਦਾਰ ਜਾਂ ਰਾਜਾ ਉਸ ਦੇ ਕੇਂਦਰ ਵਿੱਚ ਰਿਹਾ ਹੈ, ਉਸ ਦਾ ਨਾਇਕ ਰਿਹਾ ਹੈ। ਸੂਫੀ ਸਾਹਿਤ ਵਿੱਚ ਅਤੇ ਗੁਰਮਤਿ ਸਾਹਿਤ ਵਿੱਚ ਰੱਬ ਕੇਂਦਰ ਵਿੱਚ ਰਿਹਾ ਹੈ। ਪਰ ਉਦਯੋਗਿਕ ਕ੍ਰਾਂਤੀ ਦੇ ਆਉਣ ਨਾਲ ਪੱਛਮ ਵਿੱਚ ਸਧਾਰਨ ਮਨੁੱਖ ਸਾਹਿਤ ਦੇ ਕੇਂਦਰ ਵਿੱਚ ਆ ਗਿਆ ਔਰ ਇਸ ਆਧੁਨਿਕਤਾ ਦਾ ਪ੍ਰਭਾਵ ਭਾਰਤੀ ਸਾਹਿਤ ਉੱਪਰ ਅੰਗਰੇਜ਼ਾਂ ਦੇ ਆਉਣ ਨਾਲ ਪੈਣਾ ਸ਼ੁਰੂ ਹੋ ਗਿਆ। ਆਧੁਨਿਕ ਸਾਹਿਤ ਕੀ ਹੈ, ਇਸ ਨੂੰ ਸਮਝਣ ਲਈ ਸਾਨੂੰ ਇਸ ਦੀ ਪਰਿਭਾਸ਼ਾ ਨੂੰ ਨਿਸ਼ਚਿਤ ਕਰਨਾ ਪਵੇਗਾ। ਆਧੁਨਿਕਤਾ ਇੱਕ ਅਜਿਹਾ ਚਿੰਤਨ ਅਤੇ ਦਾਰਸ਼ਨਿਕ ਪ੍ਰਵਰਗ ਹੈ ਜਿਹੜਾ ਜੀਵਨ, ਪ੍ਰਵਿਰਤੀ ਅਤੇ ਵਰਤਾਰਿਆਂ ਨੂੰ ਬਾਹਰ ਮੁਖੀ, ਤਰਕ ਸੰਗਤ ਅਤੇ ਵਧੇਰੇ ਵਿਗਿਆਨਕ ਢੰਗ ਨਾਲ ਸਮਝਣ ਦਾ ਯਤਨ ਕਰਦਾ ਹੈ। ਮਾਨਵੀ ਦ੍ਰਿਸ਼ਟੀਕੋਣ ਰੱਬਵਾਦੀ ਅਧਿਆਤਮਕ ਦ੍ਰਿਸ਼ਟੀਕੋਣ ਤੋਂ ਯਥਾਰਥਵਾਦੀ ਦ੍ਰਿਸ਼ਟੀਕੋਣ ਵੱਲ ਵਧਣਾ ਹੀ ਆਧੁਨਿਕਤਾ ਹੈ। ਉਦਯੋਗਿਕ ਕ੍ਰਾਂਤੀ ਨੇ ਮਨੁੱਖ ਦੇ ਬਿੰਬ ਨੂੰ ਕੇਂਦਰ ਵਿੱਚ ਲੈ ਜਾਂਦਾ ਅਤੇ ਸਾਹਿਤ ਦਾ ਨਾਇਕ ਸਧਾਰਨ ਮਨੁੱਖ ਬਣ ਗਿਆ। ਸਧਾਰਨ ਮਨੁੱਖ ਦੀਆਂ ਸਮੱਸਿਆਵਾਂ ਨੂੰ ਸਾਹਿਤ ਵਿੱਚ ਪੇਸ਼ ਕੀਤਾ ਜਾਣ ਲੱਗ ਪਿਆ। ਪੰਜਾਬੀ ਸਾਹਿਤ ਦੀ ਆਧੁਨਿਕਤਾ ਦਾ ਦੌਰ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਨਾਲ ਹੋਇਆ ਮੰਨਿਆ ਜਾਂਦਾ ਹੈ। ਭਾਈ ਵੀਰ ਸਿੰਘ ਦਾ ਕਾਲ 1872 ਤੋਂ 1957 ਤੱਕ ਦਾ ਹੈ। ਭਾਈ ਵੀਰ ਸਿੰਘ ਦੇ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਨਾਲ ਆਧੁਨਿਕ ਛੋਟੀ ਕਵਿਤਾ ਦਾ ਆਗਾਜ਼ ਪੰਜਾਬੀ ਸਾਹਿਤ ਵਿੱਚ ਹੁੰਦਾ ਹੈ। ਭਾਈ ਵੀਰ ਸਿੰਘ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਵੀ ਕਿਹਾ ਜਾਂਦਾ ਹੈ। ਪੰਜਾਬੀ ਕਵਿਤਾ ਦਾ ਦੂਸਰਾ ਕਵੀ ਜੋ ਇਸ ਪਾਠ ਪੁਸਤਕ ਵਿੱਚ ਸ਼ਾਮਲ ਹੈ ਉਹ ਪ੍ਰੋਫੈਸਰ ਪੂਰਨ ਸਿੰਘ ਹੈ। ਪ੍ਰੋਫੈਸਰ ਪੂਰਨ ਸਿੰਘ ਖੁੱਲੀ ਕਵਿਤਾ ਦਾ ਮਹਾਨ ਕਵੀ ਮੰਨਿਆ ਜਾਂਦਾ ਹੈ। ਪੰਜਾਬੀ ਸਾਹਿਤ ਵਿੱਚ ਪਹਿਲੀ ਵਾਰ ਖੁੱਲੀ ਕਵਿਤਾ ਦਾ ਲਿਖਣ ਪ੍ਰਕਿਰਿਆ ਪ੍ਰੋਫੈਸਰ ਪੂਰਨ ਸਿੰਘ ਨਾਲ ਹੀ ਆਰੰਭ ਹੁੰਦੀ ਹੈ। ਪ੍ਰੋਫੈਸਰ ਪੂਰਨ ਸਿੰਘ ਦਾ ਕਾਲ 1881 ਤੋਂ 1931 ਈਸਵੀ ਤੱਕ ਦਾ ਹੈ। ਆਧੁਨਿਕ ਪੰਜਾਬੀ ਕਵਿਤਾ ਦਾ ਤੀਜਾ ਪ੍ਰਮੁੱਖ ਕਵੀ ਧਨੀ ਰਾਮ ਚਾਤ੍ਰਿਕ ਹੈ। ਧਨੀ ਰਾਮ ਚਾਤ੍ਰਿਕ ਦੇ ਪ੍ਰਵੇਸ਼ ਨਾਲ ਪੰਜਾਬੀ ਕਵਿਤਾ ਧਾਰਮਿਕ ਵਲਗਣਾ ਵਿੱਚੋਂ ਨਿਕਲ ਕੇ ਪੰਜਾਬੀਅਤ ਨਾਲ ਜੁੜ ਜਾਂਦੀ ਹੈ। ਚਾਤ੍ਰਿਕ ਦੀ ਕਵਿਤਾ ਵਿੱਚ ਰੱਬ ਦਾ ਪਿਆਰ ਤਾਂ ਮਿਲਦਾ ਹੀ ਹੈ, ਨਾਲ ਹੀ ਪੰਜਾਬੀਅਤ ਦੇ ਦੇਸ਼ ਪਿਆਰ ਨਾਲ ਸੰਬੰਧਿਤ ਵਿਸ਼ੇ ਵੀ ਮਿਲ ਜਾਂਦੇ ਹਨ। ਉਹ ਸਧਾਰਨ ਗਰੀਬ, ਕਿਸਾਨ, ਮਜ਼ਦੂਰ, ਕਿਰਤੀ ਲੋਕਾਂ ਦੀਆਂ ਸਮੱਸਿਆਵਾਂ ਪੇਸ਼ ਕਰਦਾ ਹੈ। ਉਸ ਦਾ ਕਾਲ 1876 ਤੋਂ 1954 ਈਸਵੀ ਤੱਕ ਦਾ ਹੈ। ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਕਵੀਆਂ ਵਿੱਚ ਅਗਲਾ ਨਾਂ ਫਿਰੋਜ਼ਦੀਨ ਸਰਫ ਦਾ ਹੈ। ਫਿਰੋਜ਼ਦੀਨ ਸਰਫ ਦਾ ਸਮਾਂ 1898 ਤੋਂ 1955 ਈਸਵੀ ਤੱਕ ਦਾ ਹੈ। ਉਸ ਦੀ ਕਵਿਤਾ ਵਿੱਚ ਪੰਜਾਬੀਅਤ, ਦੇਸ਼ ਪਿਆਰ ਦੀ ਤਾਂਘ, ਗੁਰੂ ਸਾਹਿਬਾਨਾਂ ਦਾ ਪ੍ਰਭਾਵ, ਸਿੱਖ ਵਿਚਾਰਧਾਰਾ ਆਦਿ ਮਿਲਦਾ ਹੈ। ਫਿਰੋਜ਼ਦੀਨ ਸਰਫ ਦੀ ਕਵਿਤਾ ਵੀ ਲੋਕ ਮੁਹਾਵਰੇ ਤੇ ਲੋਕ ਗੀਤਾਂ ਦੀ ਸੰਗੀਤਾਤਮਕਤਾ ਨਾਲ ਭਰੀ ਹੋਈ ਹੈ। ਪੰਜਾਬੀ
ਕਾਵਿ ਪੁਸਤਕ ਵਿੱਚ ਅਗਲਾ ਕਵੀ ਗੁਰਮੁਖ ਸਿੰਘ ਮੁਸਾਫਰ ਹੈ। ਗੁਰਮੁਖ ਸਿੰਘ ਮੁਸਾਫਰ ਨੂੰ ਪੰਜਾਬ ਦੇ ਮੁੱਖ ਮੰਤਰੀ ਹੋਣ ਦਾ ਵੀ ਮਾਣ ਹਾਸਲ ਹੈ। ਉਸ ਦਾ ਕਾਲ 1899 ਤੋਂ 1976 ਈਸਵੀ ਤੱਕ ਦਾ ਹੈ। ਗੁਰਮੁਖ ਸਿੰਘ ਮੁਸਾਫਰ ਦੀ ਕਵਿਤਾ ਵਿੱਚ ਪੰਜਾਬ ਤੇ ਪੰਜਾਬੀਅਤ ਦੀ ਝਲਕ ਤਾਂ ਮਿਲਦੀ ਹੀ ਹੈ, ਨਾਲ ਹੀ ਦੇਸ਼ ਪ੍ਰੇਮ ਦੀ ਕਵਿਤਾ ਵੀ ਉਸਨੇ ਪੰਜਾਬੀ ਸਾਹਿਤ ਨੂੰ ਦਿੱਤੀ। ਆਧੁਨਿਕ ਪੰਜਾਬੀ ਕਵਿਤਾ ਦਾ ਅਗਲਾ ਪ੍ਰਮੁੱਖ ਪੜਾਅ ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਤੇ ਬਾਬਾ ਬਲਵੰਤ ਦੀਆਂ ਕਵਿਤਾਵਾਂ ਨਾਲ ਸ਼ੁਰੂ ਹੁੰਦਾ ਹੈ। ਇਸ ਪੜਾਅ ਤੇ ਆ ਕੇ ਪੰਜਾਬੀ ਕਵਿਤਾ ਪੰਜਾਬ, ਪੰਜਾਬੀਅਤ, ਰਾਸ਼ਟਰਵਾਦ ਤੋਂ ਅਗਾਂਹ ਇੱਕ ਨਵੀਂ ਵਿਸ਼ਵ ਵਿਚਾਰਧਾਰਾ ਨਾਲ ਜਾ ਜੁੜਦੀ ਹੈ। ਪ੍ਰੋਫੈਸਰ ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਦੀ ਆਧੁਨਿਕ ਕਵਿਤਾ ਨੂੰ ਪ੍ਰਗਤੀਵਾਦੀ ਕਵਿਤਾ ਦਾ ਪਹਿਲੇ ਦੌਰ ਜਾਂ ਪੜਾਅ ਆਖਿਆ ਜਾਂਦਾ ਹੈ। ਇਸ ਪੜਾਅ ਨੂੰ ਰੋਮਾਂਟਿਕ ਪ੍ਰਗਤੀਵਾਦ ਦਾ ਨਾਂ ਦਿੱਤਾ ਗਿਆ। ਰੋਮਾਂਟਿਕ ਪ੍ਰਗਤੀਵਾਦ ਇਸ ਲਈ ਕਿਹਾ ਗਿਆ ਕਿਉਂਕਿ ਇਹਨਾਂ ਦੋਨੋਂ ਕਵੀਆਂ ਦੀ ਕਵਿਤਾ ਵਿੱਚ ਤਰੱਕੀ ਪਸੰਦ ਵਿਸ਼ਿਆਂ ਨੂੰ ਰੋਮਾਂਟਿਕ ਕਲਪਨਾ ਨਾਲ ਨਿਭਾਇਆ ਗਿਆ ਹੈ। ਪ੍ਰੋਫੈਸਰ ਮੋਹਨ ਸਿੰਘ ਦਾ ਸਮਾਂ 1905 ਈਸਵੀ ਤੋਂ 1978 ਈਸਵੀ ਤੱਕ ਦਾ ਹੈ। ਉਸ ਦੀ ਕਵਿਤਾ ਵਿੱਚ ਦੇਸ਼ ਪਿਆਰ, ਅਨੁਭਵ, ਕਿਰਤੀ ਵਰਗ ਦੀ ਲੁੱਟ, ਸਰਮਾਏਦਾਰੀ ਨਿਜ਼ਾਮ ਅਤੇ ਜਗੀਰਦਾਰੀ ਨਿਜ਼ਾਮ ਦਾ ਵਿਰੋਧ, ਜਗੀਰਦਾਰੀ ਦੌਰ ਵਿੱਚ ਔਰਤ ਦਾ ਸ਼ੋਸ਼ਣ, ਸੰਸਾਰ ਦੀ ਅਮਨ ਦੀ ਭਾਵਨਾ ਦੀ ਸਥਾਪਨਾ, ਪੰਜਾਬ ਅਤੇ ਪੰਜਾਬੀਅਤ ਨਾਲ ਪਿਆਰ ਆਦਿ ਵਿਸ਼ੇ ਮਿਲਦੇ ਹਨ। ਅੰਮ੍ਰਿਤਾ ਪ੍ਰੀਤਮ 1919 ਤੋਂ ਲੈ ਕੇ 2005 ਤੱਕ ਦੇ ਕਾਲ ਵਿੱਚ ਹੋਈ ਪੰਜਾਬੀ ਕਵਿੱਤਰੀ ਹੈ। ਪੰਜਾਬੀ ਸਾਹਿਤ ਲਈ ਅੰਮ੍ਰਿਤਾ ਪ੍ਰੀਤਮ ਦਾ ਪ੍ਰਵੇਸ਼ ਅਸਲ ਵਿੱਚ ਇੱਕ ਬਹੁਤ ਹੀ ਅਨੋਖੀ ਘਟਨਾ ਹੈ, ਕਿਉਂਕਿ ਉਸ ਦੇ ਪ੍ਰਵੇਸ਼ ਨਾਲ ਹੀ ਪੰਜਾਬੀ ਸਾਹਿਤ ਨੂੰ ਪਹਿਲੀ ਵਾਰ ਔਰਤ ਲੇਖਕ ਮਿਲਿਆ, ਜਿਸ ਨੇ ਔਰਤ ਦੀਆਂ ਭਾਵਨਾਵਾਂ ਨੂੰ ਸਿੱਧੇ ਰੂਪ ਦੇ ਵਿੱਚ ਆਪਣੀਆਂ ਕਾਵਿ ਰਚਨਾਵਾਂ ਵਿੱਚ ਸ਼ਾਮਲ ਕੀਤਾ। ਆਧੁਨਿਕ ਪੰਜਾਬੀ ਕਵਿਤਾ ਵਿੱਚ ਉਹ ਇੱਕ ਪ੍ਰਮੁੱਖ ਨਾਰੀਵਾਦੀ ਲੇਖਿਕਾ ਅਤੇ ਚਿੰਤਕ ਦੇ ਤੌਰ ਤੇ ਸਾਹਮਣੇ ਆਉਂਦੀ ਹੈ। 1982 ਈਸਵੀ ਵਿੱਚ ਭਾਰਤ ਦੇ ਸਰਵਉੱਚ ਸਾਹਿਤਕ ਅਵਾਰਡ ਗਿਆਨਪੀਠ ਉਸ ਨੂੰ ਮਿਲ ਚੁੱਕਿਆ ਹੈ। ਆਧੁਨਿਕ ਪੰਜਾਬੀ ਕਵਿਤਾ ਵਿੱਚ ਅਗਲਾ ਪ੍ਰਮੁੱਖ ਪ੍ਰਗਤੀਵਾਦੀ ਕਵੀ ਬਾਬਾ ਬਲਵੰਤ ਹੈ। ਬਾਬਾ ਬਲਵੰਤ ਦੀ ਕਵਿਤਾ ਨੂੰ ਪ੍ਰਗਤੀਵਾਦੀ ਪੰਜਾਬੀ ਕਵਿਤਾ ਦੇ ਇੱਕ ਆਦਰਸ਼ ਮਾਡਲ ਦੇ ਤੌਰ ਤੇ ਦੇਖਦੇ ਹਾਂ, ਕਿਉਂਕਿ ਉਹ ਸਹੀ ਅਰਥਾਂ ਵਿੱਚ ਪ੍ਰਗਤੀਵਾਦੀ ਕਵੀ ਸੀ, ਜਿਸ ਨੇ ਮਾਰਕਸਵਾਦੀ ਵਿਚਾਰਧਾਰਾ ਨੂੰ ਠੋਸ ਰੂਪ ਵਿੱਚ ਪੰਜਾਬੀ ਸਾਹਿਤ ਵਿੱਚ ਪੇਸ਼ ਕੀਤਾ। ਸਮਾਜਵਾਦੀ ਨਿਜ਼ਾਮ ਦੀ ਸਥਾਪਨਾ, ਕਿਰਤੀ ਵਰਗ, ਕ੍ਰਾਂਤੀਕਾਰੀ ਭਾਵਨਾ, ਸੰਸਾਰ ਅਮਨ, ਦੇਸ਼ ਪਿਆਰ, ਆਜ਼ਾਦੀ, ਰੋਮਾਂਟਿਕ ਪਿਆਰ ਅਨੁਭਵ ਆਦਿ ਉਸ ਦੀ ਕਵਿਤਾ ਦੇ ਪ੍ਰਮੁੱਖ ਵਿਸ਼ੇ ਰਹੇ ਹਨ। ਉਸ ਦਾ ਸਮਾਂ 1915 ਤੋਂ 1972 ਈਸਵੀ ਤੱਕ ਦਾ ਰਿਹਾ। ਆਧੁਨਿਕ ਪੰਜਾਬੀ ਕਵਿਤਾ ਦਾ ਅਗਲਾ ਦੌਰ ਡਾਕਟਰ ਹਰਭਜਨ ਸਿੰਘ, SS ਮੀਸ਼ਾ, ਸ਼ਿਵ ਕੁਮਾਰ ਬਟਾਲਵੀ, ਤਾਰਾ ਸਿੰਘ ਆਦਿ ਕਵੀਆਂ ਦੀ ਵਿਲੱਖਣ ਨੁਹਾਰ ਵਾਲੀ ਕਵਿਤਾ ਰਾਹੀਂ ਸਾਹਮਣੇ ਆਉਂਦਾ ਹੈ। ਇਹ ਸਾਰੇ ਕਵੀ ਕਿਸੇ ਕਾਵਿ-ਧਾਰਾ ਜਾਂ ਵਿਚਾਰਧਾਰਾ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਨਹੀਂ ਸਨ। ਹਰ ਕਵੀ ਦੀ ਕਵਿਤਾ ਦੀ ਆਪੋ ਆਪਣੀ ਵੱਖਰੀ ਪਹਿਚਾਣ ਤੇ ਨੁਹਾਰ ਰਹੀ ਹੈ। ਡਾਕਟਰ ਹਰਭਜਨ ਸਿੰਘ ਦੀ ਕਵਿਤਾ ਆਮ ਪਾਠਕਾਂ ਦੀ ਸਮਝ ਦਾ ਇਮਤਿਹਾਨ ਲੈਂਦੀ ਹੈ, ਪਰ ਉਹ ਸੋਝਵਾਦੀ ਪੰਜਾਬੀ ਕਵੀ ਦੇ ਤੌਰ ਤੇ ਸਾਹਮਣੇ ਆਉਂਦਾ ਹੈ। ਤਾਰਾ ਸਿੰਘ ਦਾ ਸਮਾਂ 1929 ਈਸਵੀ ਤੋਂ 1993 ਈਸਵੀ ਤੱਕ ਦਾ ਹੈ। ਤਾਰਾ ਸਿੰਘ ਬਿਨਾਂ ਕਿਸੇ ਵਿਚਾਰਧਾਰਾ ਦੇ, ਬਿਨਾਂ ਕਿਸੇ ਪ੍ਰਚਾਰ ਦੇ ਆਪਣੀ ਕਵਿਤਾ ਵਿੱਚ ਮਨੁੱਖ ਲਈ ਜਿਉਣ ਯੋਗ ਖੁਸ਼ਹਾਲ ਜ਼ਿੰਦਗੀ ਦੇ ਸੁਪਨੇ ਲੈਂਦਾ ਦਿਖਦਾ ਹੈ। SS ਮੀਸ਼ਾ ਵੀ ਆਧੁਨਿਕ ਪੰਜਾਬੀ ਕਵਿਤਾ ਵਿੱਚ ਧਾਰਾਵਾਂ ਤੋਂ ਆਜ਼ਾਦ ਕਵੀ ਰਿਹਾ ਹੈ। ਤੰਜ, ਵਿਅੰਗ, ਨਾਟਕੀ ਸੰਵਾਦ ਉਸ ਦੀ ਕਵਿਤਾ ਦੇ ਪ੍ਰਮੁੱਖ ਸੁਹਜ ਗੁਣ ਹਨ। SS ਮੀਸ਼ਾ ਦੀ ਕਵਿਤਾ ਵਿੱਚ ਦ੍ਰਿਸ਼ਟਾਂਤ ਅਤੇ ਦ੍ਰਿਸ਼ ਅਲੰਕਾਰ, ਦ੍ਰਿਸ਼ ਬਿੰਬਾਂ ਦੀ ਭਰਮਾਰ ਹੈ। ਸ਼ਿਵ ਕੁਮਾਰ ਬਟਾਲਵੀ ਰੋਮਾਂਟਿਕ ਪੰਜਾਬੀ ਕਵਿਤਾ ਦਾ ਸਿਖਰ ਕਿਹਾ ਜਾਂਦਾ ਹੈ। ਉਸ ਨੂੰ ਬਿਰਹਾਂ ਦਾ ਕਵੀ ਕਿਹਾ ਜਾਂਦਾ ਹੈ। ਮੌਤ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੀ ਮੰਜ਼ਿਲ ਹੈ। ਮੌਤ, ਬਿਰਹਾ, ਕਾਮਨਾ ਉਸ ਦੀ ਕਵਿਤਾ ਦੇ ਪ੍ਰਮੁੱਖ ਵਿਸ਼ੇ ਹਨ। ਉਸ ਦਾ ਕਾਲ 1936 ਤੋਂ 1973 ਈਸਵੀ ਤੱਕ ਦਾ ਹੈ। ਦਰਦ, ਵਿਜੋਗ, ਬਿਰਹਾ, ਮੁਹੱਬਤ ਆਦਿ ਉਸ ਦੀ ਕਵਿਤਾ ਦੇ ਪ੍ਰਮੁੱਖ ਵਿਸ਼ੇ ਹਨ, ਜਿਨ੍ਹਾਂ ਦੀ ਮੰਜ਼ਿਲ ਉਹ ਮੌਤ ਦੀ ਪ੍ਰਾਪਤੀ 'ਚ ਮਿੱਥਦਾ ਹੈ। ਲੂਣਾ ਵਰਗਾ ਮਹਾਕਾਵਿ ਸਿਰਫ ਤੇ ਸਿਰਫ ਸ਼ਿਵ ਕੁਮਾਰ ਬਟਾਲਵੀ ਦੀ ਕਲਮ ਹੀ ਸਿਰਜ ਸਕਦੀ ਹੈ। ਆਧੁਨਿਕ ਪੰਜਾਬੀ ਕਵਿਤਾ ਵਿੱਚ ਰਾਸ਼ਟਰਵਾਦੀ, ਪ੍ਰਗਤੀਵਾਦੀ ਅਤੇ ਆਧੁਨਿਕਤਾਵਾਦੀ ਕਵਿਤਾ ਤੋਂ ਬਾਅਦ ਅਗਲਾ ਵਿਸਤਾਰ 20ਵੀਂ ਸਦੀ ਦੇ 7ਵੇਂ ਅਤੇ 8ਵੇਂ ਦਹਾਕੇ ਵਿੱਚ ਗ੍ਰਹਿਣ ਕਰਦੀ ਹੈ। ਹਰੇ ਇਨਕਲਾਬ ਤੋਂ ਬਾਅਦ ਨਕਸਲਵਾਦੀ
ਰਾਜਨੀਤੀ ਅੰਦੋਲਨ ਦਾ ਪ੍ਰਭਾਵ ਪੰਜਾਬੀ ਮਾਨਸਿਕਤਾ ਦੇ ਨਵੇਂ ਤਰ੍ਹਾਂ ਦੇ ਸੁਪਨਿਆਂ ਨੂੰ ਉਕਰਦਾ ਹੈ। ਡਾਕਟਰ ਜਗਤਾਰ, ਅਵਤਾਰ ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਅਮਰਜੀਤ ਚੰਦਨ ਆਦਿ ਕਵੀਆਂ ਦੀ ਕਵਿਤਾ ਨੂੰ ਇਸੇ ਪ੍ਰਸੰਗ ਵਿੱਚ ਦੇਖਿਆ ਜਾ ਸਕਦਾ ਹੈ। ਹਰਭਜਨ ਹਲਵਾਰਵੀ ਅਤੇ ਹਰਭਜਨ ਸਿੰਘ ਹੁੰਦਲ ਭਾਵੇਂ ਨਵੇਂ ਪ੍ਰਗਤੀਵਾਦੀ ਵਿਚਾਰਧਾਰਾ ਵਾਲੇ ਕਵੀ ਸਨ, ਪਰ ਇਹਨਾਂ ਤੇ ਵੀ ਕ੍ਰਾਂਤੀਕਾਰੀ ਕਵਿਤਾ ਦਾ ਪ੍ਰਭਾਵ ਜ਼ਰੂਰ ਪਿਆ। ਜੁਝਾਰਵਾਦੀ ਕਾਵਿਧਾਰਾ ਦੇ ਪ੍ਰਮੁੱਖ ਕਵੀਆਂ ਵਿੱਚ ਪਾਸ਼, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਦਾ ਨਾਂ ਲਿਆ ਜਾ ਸਕਦਾ ਹੈ। ਪਾਸ਼ ਦੀ ਕਵਿਤਾ ਨੂੰ ਆਧੁਨਿਕ ਪੰਜਾਬੀ ਕਵਿਤਾ ਵਿੱਚ ਕ੍ਰਾਂਤੀਕਾਰੀ ਕਾਵਿ ਪਾਠ ਦਾ ਮਾਡਲ ਕਿਹਾ ਜਾ ਸਕਦਾ ਹੈ। ਪਾਸ਼ ਦੀ ਕਵਿਤਾ ਦੀ ਵਿਲੱਖਣਤਾ ਇਹ ਹੈ ਕਿ ਉਹ ਵਰਤਮਾਨ ਪੂੰਜੀਵਾਦੀ ਅਤੇ ਸਮੰਤਕੀ ਸਮਾਜ ਨੂੰ ਨਕਾਰ ਕੇ ਬਰਾਬਰੀ ਦੇ ਆਧਾਰਿਤ ਸਮਾਜਵਾਦੀ ਸਮਾਜ ਦੀ ਸਥਾਪਨਾ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਕ੍ਰਾਂਤੀਕਾਰੀ ਸੋਚ ਨੂੰ ਅਪਣਾਉਣ ਦਾ ਪੈਗਾਮ ਦਿੰਦਾ ਹੈ। ਪਾਸ਼ ਦੀ ਕਵਿਤਾ ਦੀ ਵਿਚਾਰਧਾਰਾ ਸਿਖਾਉਂਦੀ ਹੈ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੀ ਨਹੀਂ, ਸਗੋਂ ਸਮਾਜ ਨੂੰ ਠੀਕ ਕਰਨ ਵਾਲੇ ਹਥੌੜੇ ਦਾ ਕੰਮ ਵੀ ਕਰਦਾ ਹੈ। ਪਾਸ਼ ਦੀ ਕਵਿਤਾ ਦੀ ਸ਼ੈਲੀ ਪੇਂਡੂ ਮੁਹਾਵਰੇ ਵਾਲੀ ਅਤੇ ਉੱਚੀ ਸੁਰ ਵਾਲੀ ਰਹੀ ਹੈ। ਸੰਤ ਰਾਮ ਉਦਾਸੀ ਇਸ ਨਕਸਲਵਾਦੀ ਪੰਜਾਬੀ ਕਵਿਤਾ, ਜੁਝਾਰਵਾਦੀ ਪੰਜਾਬੀ ਕਵਿਤਾ ਦਾ ਅਗਲਾ ਕਵੀ ਹੋਇਆ ਹੈ। ਉਦਾਸੀ ਪੰਜਾਬੀ ਦੇ ਹਾਸ਼ੀਆਗਤ ਲੋਕਾਂ ਦੀ ਆਵਾਜ਼ ਬਣਦਾ ਹੈ। ਉਸ ਦੇ ਗੀਤਾਂ ਦੀ ਹੇਕ ਦੱਬੇ ਕੁਚਲੇ ਲੋਕਾਂ ਦੀਆਂ ਵੇਦਨਾਵਾਂ ਦੀ ਆਵਾਜ਼ ਹੈ, ਜੋ ਨਰਕ ਵਰਗੀ ਜ਼ਿੰਦਗੀ ਭੋਗ ਰਹੇ ਹਨ ਅਤੇ ਉਸ ਨੂੰ ਖਤਮ ਕਰਨ ਲਈ ਜੂਝ ਰਹੇ ਹਨ। ਇਸ ਕਾਵਿਧਾਰਾ ਦਾ ਅਗਲਾ ਕਵੀ ਲਾਲ ਸਿੰਘ ਦਿਲ ਹੋਇਆ ਹੈ। ਲਾਲ ਸਿੰਘ ਦਿਲ ਦੀ ਕਾਵਿ ਭਾਸ਼ਾ ਬੜੀ ਹੀ ਸਰਲ ਤੇ ਸਾਦੀ ਰਹੀ ਹੈ। ਭਾਵੇਂ ਕਿ ਲਾਲ ਸਿੰਘ ਦਿਲ ਅਕਾਦਮਿਕ ਤੌਰ ਤੇ ਉੱਚ ਸਿੱਖਿਆ ਪ੍ਰਾਪਤ ਨਹੀਂ ਸੀ, ਪਰ ਉਸਦੇ ਵਸੀਹ ਗਿਆਨ ਨੇ ਉਸਦੀ ਕਾਵਿ ਭਾਸ਼ਾ ਨੂੰ ਦਾਰਸ਼ਨਿਕ ਤੇ ਪ੍ਰੌੜ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਡਾਕਟਰ ਜਗਤਾਰ ਦੀ ਪ੍ਰਗਤੀਸ਼ੀਲ ਤੇ ਕ੍ਰਾਂਤੀਕਾਰੀ ਚੇਤਨਾ ਨੇ ਪੰਜਾਬੀ ਕਵਿਤਾ ਨੂੰ ਨਵੇਂ ਅਰਥ ਦਿੱਤੇ। ਆਧੁਨਿਕ ਪੰਜਾਬੀ ਕਵਿਤਾ ਵਿੱਚ ਨਵਤੇਜ ਭਾਰਤੀ ਤੇ ਅਜਮੇਰ ਰੋਡੇ ਦੋ ਦਾਰਸ਼ਨਿਕ ਕਵੀ ਹਨ ਜੋ ਇਸ ਪਾਠ ਪੁਸਤਕ ਵਿੱਚ ਸ਼ਾਮਲ ਕੀਤੇ ਗਏ ਹਨ। ਬੇਸ਼ੱਕ ਇਹ ਪ੍ਰਵਾਸੀ ਪੰਜਾਬੀ ਲੇਖਕਾਂ ਦੇ ਤੌਰ ਤੇ ਜਾਣੇ ਜਾਂਦੇ ਹਨ, ਪਰ ਭਾਰਤੀ ਲੋਕਾਂ ਦੇ ਦੁੱਖ ਦਰਦ ਨੂੰ ਇਹਨਾਂ ਨੇ ਆਪਣੀ ਕਵਿਤਾ ਵਿੱਚ ਸਥਾਨ ਦਿੱਤਾ ਹੈ। ਅਮਰਜੀਤ ਚੰਦਨ ਆਧੁਨਿਕ ਪੰਜਾਬੀ ਕਵਿਤਾ ਦਾ ਇੱਕ ਹੋਰ ਪ੍ਰਮੁੱਖ ਕਵੀ ਹੈ ਜੋ ਸੰਪਾਦਕ ਸਾਹਿਬਾਨਾਂ ਨੇ ਇਸ ਪਾਠ ਪੁਸਤਕ ਵਿੱਚ ਸ਼ਾਮਲ ਕੀਤਾ ਹੈ। ਮੋਹਨਜੀਤ ਪੰਜਾਬੀ ਦਾ ਸੁਹਜਵਾਦੀ ਪ੍ਰਗਤੀਸ਼ੀਲ ਕਵੀ ਹੈ। ਉਸ ਦੀ ਕਵਿਤਾ ਸੁਹਜਾਤਮਕ ਗੁਣਾਂ ਪੱਖੋਂ ਵੀ ਅਮੀਰ ਹੈ ਅਤੇ ਲੋਕ ਚੇਤਨਾ ਬਲ ਪੱਖੋਂ ਪ੍ਰਗਤੀਸ਼ੀਲ ਹੈ। ਉਸ ਦੀਆਂ ਕਵਿਤਾਵਾਂ ਵੀ ਇਸ ਪਾਠ ਪੁਸਤਕ ਵਿੱਚ ਸ਼ਾਮਲ ਹਨ। ਹਰਭਜਨ ਸਿੰਘ ਹਲਵਾਰਵੀ ਦੀ ਕਵਿਤਾ ਇਸ ਪਾਠ ਪੁਸਤਕ ਵਿੱਚ ਸ਼ਾਮਲ ਹੈ। ਉਹਦੀ ਕਵਿਤਾ ਪ੍ਰਗਤੀਸ਼ੀਲ ਸੁਰ ਦੀ ਕਵਿਤਾ ਹੈ, ਜਿਸ ਦੇ ਪ੍ਰਗਤੀਵਾਦੀ ਅਤੇ ਜੁਝਾਰਵਾਦੀ ਕਾਵਿਧਾਰਾ ਦਾ ਪ੍ਰਭਾਵ ਵੀ ਦੇਖਿਆ ਜਾ ਸਕਦਾ ਹੈ। ਹਰਭਜਨ ਸਿੰਘ ਹੁੰਦਲ ਆਧੁਨਿਕ ਪੰਜਾਬੀ ਕਵਿਤਾ ਦਾ ਪ੍ਰਤੀਬੱਧ ਪ੍ਰਗਤੀਵਾਦੀ ਪੰਜਾਬੀ ਕਵੀ ਹੈ। ਉਹ ਪ੍ਰੋਫੈਸਰ ਮੋਹਨ ਸਿੰਘ ਬਾਵਾ ਬਲਵੰਤ ਤੋਂ ਅਗਲੇਰਾ ਪ੍ਰਗਤੀਵਾਦੀ ਕਾਵਿਧਾਰਾ ਦਾ ਪ੍ਰਮੁੱਖ ਕਵੀ ਹੋਇਆ ਹੈ। ਪੰਜਾਬ ਦੇ ਸੰਕਟ ਤੋਂ ਲੈ ਕੇ ਜੋ ਕਿ ਨਵ ਪੂੰਜੀਵਾਦੀ ਦੌਰ ਦਾ ਵਿਰੋਧ ਉਸਦੀ ਕਵਿਤਾ ਦੇ ਮੁੱਖ ਵਿਸ਼ੇ ਰਹੇ ਹਨ। ਸਮਕਾਲੀ ਆਧੁਨਿਕ ਪੰਜਾਬੀ ਕਵਿਤਾ ਵਿੱਚ ਸੁਰਜੀਤ ਪਾਤਰ ਇੱਕ ਹੋਰ ਪ੍ਰਮੁੱਖ ਕਵੀ ਰਿਹਾ ਹੈ, ਜਿਹੜਾ ਕਿ ਵਰਤਮਾਨ ਯੁੱਗ ਦਾ ਸਭ ਤੋਂ ਪ੍ਰਸਿੱਧ ਕਵੀ ਤੇ ਸ਼ਾਇਰ ਮੰਨਿਆ ਜਾਂਦਾ ਹੈ। ਇਸ ਦੀਆਂ ਕਵਿਤਾਵਾਂ ਵੀ ਇਸ ਪਾਠ ਪੁਸਤਕ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਆਧੁਨਿਕ ਪੰਜਾਬੀ ਕਵਿਤਾ ਵਿੱਚ ਦੇਵ ਇੱਕ ਵਿਲੱਖਣ ਤੇ ਦਾਰਸ਼ਨਿਕ ਕਵੀ ਹੈ। ਉਹ ਪੰਜਾਬੀ ਕਵਿਤਾ ਨੂੰ ਛੋਟੇ-ਛੋਟੇ ਸੰਕੀਰਨ ਦਾਇਰਿਆਂ ਚੋਂ ਕੱਢ ਕੇ ਵਿਸ਼ਵ ਚੇਤਨਾ ਤੱਕ ਪਹੁੰਚਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ। ਦੇਵ ਬੁਨਿਆਦੀ ਤੌਰ ਤੇ ਮਾਨਵਵਾਦੀ ਕਵੀ ਹੈ, ਪਰ ਉਸਦਾ ਮਾਨਵਵਾਦ ਘੇਰਾਵਾਦੀ ਸੱਭਿਆਚਾਰ ਤੋਂ ਪਾਰ ਦਾ ਹੈ। ਇਸੇ ਲਈ ਦੇਵ ਦੀ ਕਵਿਤਾ ਬੌਧਿਕ ਸੰਪਾਦ ਰਾਹੀਂ ਪੰਜਾਬੀ ਬੰਦੇ ਦੇ ਬੌਣੇਪਨ ਤੇ ਪ੍ਰਹਾਰ ਜਾਂ ਹਮਲਾ ਕਰਦੀ ਹੈ। ਉਸਦੀ ਪ੍ਰਵਾਸੀ ਚੇਤਨਾ ਵੀ ਵਿਲੱਖਣ ਹੈ। ਉਹ ਬਾਹਰ ਰਹਿੰਦਿਆਂ ਵੀ ਪ੍ਰਵਾਸ ਦੇ ਰੋਣੇ ਨਹੀਂ ਰੋਂਦਾ, ਸਗੋਂ ਬੌਧਿਕ ਸਮਰੱਥਾ ਰਾਹੀਂ ਮਾਨਵ ਨੂੰ ਜਿਉਣ ਅਤੇ ਆਪਣਾ ਅਸਤਿਤਵ ਪਛਾਣਨਾ ਸਿਖਾਉਂਦਾ ਹੈ। ਆਧੁਨਿਕ ਨਾਰੀਵਾਦੀ ਚਿੰਤਕਾਂ ਵਿੱਚ ਅਮਰਤਾ ਪ੍ਰੀਤਮ ਤੋਂ ਬਾਅਦ ਮਨਜੀਤ ਟਿਵਾਣਾ ਦੀ ਕਵਿਤਾ ਵਿਸ਼ੇਸ਼ ਧਿਆਨ ਖਿੱਚਦੀ ਹੈ। ਮਨਜੀਤ ਟਿਵਾਣਾ ਦੀ ਕਵਿਤਾ ਸਮਕਾਲੀ ਪੰਜਾਬੀ ਕਵਿਤਾ ਵਿੱਚ ਰੈਡੀਕਲ ਨਾਰੀਵਾਦੀ ਸੋਚ ਦੇ ਤੌਰ ਤੇ ਸਥਾਪਿਤ ਹੁੰਦੀ ਹੈ। ਇਸ ਪਾਠ ਪੁਸਤਕ ਵਿੱਚ ਅਗਲਾ ਕਵੀ ਦੇਵਨੀਤ ਹੈ,
ਜੋ ਕਿ ਸ਼ਾਮਲ ਕੀਤਾ ਗਿਆ ਹੈ। ਦੇਵਨੀਤ ਸਮਕਾਲੀ ਪੰਜਾਬੀ ਕਵਿਤਾ ਵਿੱਚ ਵਿਲੱਖਣ ਕਾਵਿ ਭਾਸ਼ਾ ਦੀ ਸਿਰਜਣਾ ਦਾ ਕਵੀ ਰਿਹਾ ਹੈ। ਦਾਰਸ਼ਨਿਕ ਵਿਅੰਗ ਉਸ ਦੀ ਕਵਿਤਾ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਨਵੀਂ ਸਮਕਾਲੀ ਕਵਿਤਾ ਵਿੱਚ ਦੇਵਨੀਤ ਇੱਕ ਚਿੰਤਕ ਦੀ ਕਾਵਿ ਭਾਸ਼ਾ ਨੂੰ ਸਿਰਜਦਾ ਹੈ। ਸੁਖਵਿੰਦਰ ਅਮਰਤ, ਜਸਵਿੰਦਰ, ਵਿਜੇ ਵਿਵੇਕ ਇਹ ਕਵੀ ਵੀ ਇਸ ਪਾਠ ਪੁਸਤਕ ਵਿੱਚ ਸ਼ਾਮਲ ਕੀਤੇ ਗਏ ਹਨ। ਅਜੋਕੀ ਪੰਜਾਬੀ ਕਵਿਤਾ ਆਪਣੀ ਨਵੀਂ ਕਾਵਿ ਭਾਸ਼ਾ ਰਾਹੀਂ, ਨਵੇਂ ਕਾਵਿ ਉਚਾਰਾਂ ਰਾਹੀਂ ਪੰਜਾਬੀ ਕਵਿਤਾ ਦੀ ਵਿਭਿੰਨਤਾ ਨੂੰ ਪ੍ਰਗਟਾਉਂਦੀ ਰਹੀ ਹੈ। ਭਾਵੇਂ ਕਿ ਸਮਕਾਲ ਦੀ ਕਵਿਤਾ ਕਿਸੇ ਵਿਚਾਰਧਾਰਾ ਦਾ ਐਲਾਨ ਨਹੀਂ ਕਰ ਰਹੀ ਅਤੇ ਸਵੈ ਰਾਹੀਂ ਆਪਣੇ ਸਰੋਕਾਰਾਂ ਨੂੰ ਪ੍ਰਗਟ ਕਰ ਰਹੀ ਹੈ, ਪਰ ਵਰਤਮਾਨ ਸਮਾਜ ਦੇ ਠੋਸ ਸਰੋਕਾਰ ਇਸ ਕਵਿਤਾ ਦੇ ਵਿਸ਼ੇ ਜ਼ਰੂਰ ਬਣਦੇ ਹਨ। ਇਸ ਪਾਠ ਪੁਸਤਕ ਵਿੱਚ ਸ਼ਾਮਲ ਇਹ ਕਵੀ ਅਤੇ ਇਹਨਾਂ ਦੀਆਂ ਕਵਿਤਾਵਾਂ ਪੰਜਾਬੀ ਕਵਿਤਾ ਦੇ ਮੁਹਾਂਦਰੇ ਨੂੰ ਪੇਸ਼ ਕਰਨ ਵਿੱਚ ਸਫਲ ਹੋਏ ਹਨ। ਹੁਣ ਅਸੀਂ ਸਾਡੇ ਪਾਠਕ੍ਰਮ ਵਿੱਚ ਪੇਸ਼ ਸਾਰੇ ਕਵੀਆਂ ਬਾਰੇ ਅਤੇ ਉਹਨਾਂ ਦੀਆਂ ਕਵਿਤਾਵਾਂ ਬਾਰੇ ਥੋੜ੍ਹੀ ਗੱਲ ਕਰਦੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਆਪਣਾ ਅੱਜ ਦੇ ਲੈਕਚਰ ਨੂੰ ਖਤਮ ਕਰਾਂਗੇ। ਸਾਡੇ ਕੋਲ ਪਹਿਲਾ ਕਵੀ ਭਾਈ ਵੀਰ ਸਿੰਘ ਹੈ, ਜਿਹਦਾ ਕਾਲ 1872 ਤੋਂ 1957 ਤੱਕ ਦਾ ਹੈ। ਇਸ ਦੀਆਂ ਦੋ ਕਵਿਤਾਵਾਂ ਇੱਛਾਬਲ ਤੇ ਡੂੰਘੀਆਂ ਸ਼ਾਮਾਂ, ਰੌਂ ਰੁੱਖ ਸ਼ਾਮਲ ਕੀਤੀਆਂ ਗਈਆਂ ਹਨ। ਧਨੀ ਰਾਮ ਚਾਤਰਕ 1876 ਤੋਂ 1954 ਈਸਵੀ ਤੱਕ ਕਾਲ ਰਿਹਾ ਹੈ। ਰਾਧਾ ਸੰਦੇਸ਼ ਤੇ ਦੇਸ਼ ਪਿਆਰ ਦੋ ਕਵਿਤਾਵਾਂ ਇਸ ਦੀਆਂ ਇਸ ਪਾਠ ਪੁਸਤਕ ਵਿੱਚ ਸ਼ਾਮਲ ਹਨ। ਪੂਰਨ ਸਿੰਘ ਪੁਰਾਣੇ ਪੰਜਾਬ ਨੂੰ ਆਵਾਜ਼ਾਂ, ਪੰਜਾਬ ਦੇ ਮਜ਼ਦੂਰ, ਫਿਰੋਜ਼ਦੀਨ ਸਰਫ, ਕੁਰਬਾਨੀ ਮੱਤਾਂ, ਗੁਰਮੁਖ ਸਿੰਘ ਮੁਸਾਫਰ, ਵਤਨ ਦੇ ਸ਼ਹੀਦ, ਲੀਡਰੀ ਦੀ ਫਿੱਕ ਇਹ ਪੰਜੇ ਕਵੀ ਆਧੁਨਿਕ ਪੰਜਾਬੀ ਕਵਿਤਾ ਦੇ ਪਹਿਲੇ ਦੌਰ ਦੇ ਕਵੀ ਰਹੇ ਹਨ। ਦੂਸਰੇ ਦੌਰ ਦੇ ਕਵੀਆਂ ਵਿੱਚ ਪ੍ਰੋਫੈਸਰ ਮੋਹਨ ਸਿੰਘ, ਮੈਂ ਨਹੀਂ ਰਹਿਣਾ ਤੇਰੇ ਗਰਾਂ, ਤਾਜ ਮਹਿਲ, ਬਾਬਾ ਬਲਵੰਤ, ਊਠਾਂ ਵਾਲੇ, ਉਸਦਾ ਹਾਰ, ਅੰਮ੍ਰਿਤਾ ਪ੍ਰੀਤਮ, ਲੋਕ ਪੀੜ, ਕਿੱਕਰਾਂ ਵੇ ਕੰਡਿਆਲਿਆ ਇਹ ਪ੍ਰਗਤੀਵਾਦੀ ਕਾਵਿਧਾਰਾ ਅਧੀਨ ਵਿਚਾਰੇ ਜਾਣ ਵਾਲੇ ਕਵੀ ਹਨ। ਹਰਭਜਨ ਸਿੰਘ, ਤਾਰਾ ਸਿੰਘ, SS ਮੀਸਾ ਇਹਨਾਂ ਦੀਆਂ ਕਵਿਤਾਵਾਂ ਹਰਭਜਨ ਸਿੰਘ ਦੀ ਧਰਤੀ ਦੇ ਹੇਠਾਂ, 15 ਅਗਸਤ, ਤਾਰਾ ਸਿੰਘ, ਮੋਮਬੱਤੀਆਂ, ਕੀ ਕੋਈ ਮਾਣ ਕਰੇ, SS ਮੀਸਾ, ਚੀਕ ਬੁਲਬੁਲੀ, ਘਰ ਇਹ ਕਿਸੇ ਵੀ ਕਾਵਿਧਾਰਾ ਜਾਂ ਕਾਵਿ ਪ੍ਰਵਚਨ ਤੋਂ ਕਾਵਿਧਾਰਾ ਤੋਂ ਟੁੱਟ ਕੇ ਵੱਖਰੀ ਤਰ੍ਹਾਂ ਦਾ ਕਾਵਿ ਸੁਹਜ ਦਾ ਨਿਰਮਾਣ ਕਰਨ ਵਾਲੇ ਕਵੀ ਹਨ। ਹਰਭਜਨ ਸਿੰਘ ਹੁੰਦਲ, ਅਧਿਆਪਕ ਦਿਵਸ, ਨਾ ਮਹਿਕਾਂ ਦੀ ਵਾਦੀ ਲੱਭੀ, ਜਗਤਾਰ ਕੋਈ ਮਜਬੂਰੀ ਨਹੀਂ, ਸੋਚਦਾ ਹਾਂ, ਸ਼ਿਵ ਕੁਮਾਰ ਬਟਾਲਵੀ, ਕੰਡਿਆਲੀ, ਥੋਰ ਸ਼ਿਕਰਾ, ਮੋਹਨਜੀਤ, ਨਵੇਂ ਵਰੇ ਦੇ ਖੱਤ, ਅੰਬਰ ਜਿੱਡਾ ਕਾਫੀਆ, ਨਵਤੇਜ ਭਾਰਤੀ, ਚਾਹ ਤੇ ਪਿਆਰ, ਮਾਵਾਂ ਤੇ ਧੀਆਂ ਰਲ ਬੈਠੀਆਂ, ਸੰਤ ਰਾਮਦਾਸੀ, ਭਾਰਤ ਦੀ ਆਜ਼ਾਦੀ, ਹਾੜੀਆਂ ਦੇ ਹਾਣੀਓ, ਅਜਮੇਰ ਰੋਡੇ, ਵੈਰੀ ਦੇ ਖੇਤ, ਪਹਿਲੀ ਵਤਨ ਫੇਰੀ, ਲਾਲ ਸਿੰਘ ਦਿਲ, ਅਦਭੁਤ ਸ਼ਹਿਰ, ਮਾਂ ਭੂਮੀ, ਹਰਭਜਨ ਹਲਵਾਰਵੀ, ਰੋਹ ਦੇ ਸੁਨੇਹੇ, ਕਦੇ ਇਹ ਜਿੰਦੜੀ, ਸੁਰਜੀਤ ਪਾਤਰ, ਇੱਕ ਲਰਜ਼ਦਾ ਨੀਰ ਸੀ ਨਜ਼ਰ, ਅਮਰਜੀਤ ਚੰਦਨ, ਮਾਂ ਬੋਲੀ, ਪਿਤਾ ਨਾਲ ਗੱਲਾਂ, ਮਨਜੀਤ ਟਿਵਾਣਾ, ਵਿੰਡੋ ਸ਼ਾਪਿੰਗ, ਰਿਸ਼ਤਿਆਂ ਦਾ ਕੀ ਰੱਖੀਏ ਨਾਂ, ਦੇਵ, ਪਰਿੰਦੇ, ਜ਼ਰਦ ਚੁੱਪਾਂ, ਪਾਸ਼, ਇਨਕਾਰ, ਸਭ ਤੋਂ ਖਤਰਨਾਕ, ਦੇਵਨੀਤ ਮਿਰਜ਼ਾ ਅੱਜ ਮਰਿਆ ਹੈ, ਖੈਰਦੀਨ, ਜਸਵਿੰਦਰ, ਅਸਾਡੀ ਬੇਵਸੀ ਦਾ ਨਾਮ, ਮਿਲੇ ਜੋ ਦਿਨ ਕਦੇ, ਵਿਜੇ ਵਿਵੇਕ, ਉਮਰ ਭਰ ਤਾਂਘਦੇ ਰਹੇ, ਮੋਤੀ ਸਿਤਾਰੇ ਫੁੱਲ ਵੇ, ਸੁਖਵਿੰਦਰ ਅਮਰਤ, ਬੜੀ ਹੀ ਨਰਮ ਪੱਤੀ ਹਾਂ, ਲੰਘਦਾ ਸੀ ਰੋਜ਼ ਇੱਕ ਦਰਿਆ ਇਹ ਸਾਰੇ ਕਵੀ ਇਸ ਪਾਠ ਪੁਸਤਕ ਵਿੱਚ ਸ਼ਾਮਲ ਹਨ। ਇਹਨਾਂ ਦੀਆਂ ਕਵਿਤਾਵਾਂ ਇਸ ਪਾਠ ਪੁਸਤਕ ਵਿੱਚ ਸ਼ਾਮਲ ਹਨ। ਅਗਲੇ ਲੈਕਚਰਾਂ ਵਿੱਚ ਅਸੀਂ ਇਹਨਾਂ ਦੀਆਂ ਕਾਵਿ ਰਚਨਾਵਾਂ ਦੀ ਗੱਲ ਕਰਾਂਗੇ ਅਤੇ ਉਹਨਾਂ ਵਿੱਚ ਪੈਦਾ ਹੋਣ ਵਾਲੇ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ। ਅੱਜ ਦਾ ਲੈਕਚਰ ਇੱਥੋਂ ਤੱਕ ਹੀ ਸੀ, ਇੱਥੇ ਖਤਮ ਹੋ ਜਾਏ।